ਖਹਿਰਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਹੈ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਬਹੁਤ ਹੁੰਦੀ ਹੈ। ਸਵਾਲ ਇਹ ਵੀ ਉੱਠਦੇ ਨੇ ਕਿ ਪਹਿਲਾਂ ਹੀ ਤੁਸੀਂ ਸਰਕਾਰੀ ਮੁਲਾਜ਼ਮ ਹੈਗੇ ਹੋ, ਚੰਗੀਆਂ ਤਨਖਾਹਾਂ ਨੇ, ਫਿਰ ਤੁਸੀਂ ਮਰੂ ਕਰੀ ਜਾਂਦੇ ਹੋ ਸਾਨੂੰ ਇਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਸਾਡੀ ਲੜਾਈ ਆ ਉਹ ਕੱਲੀ ਪੇ ਕਮਿਸ਼ਨ ਦੀ ਨਹੀਂ ਹੈਗੀ, ਉਹ ਲੋਕਾਂ ਲਈ ਜਿਹੜੇ ਕਮੈਂਟ ਕਰਦੇ ਹੋ ਸੁਣ ਲੈਣ ਕਿ ਜੇਕਰ ਪੰਜਾਬ ਦਾ ਸੈਂਟਰ ਦਾ 7th ਪੇ ਕਮਿਸ਼ਨ ਪੰਜਾਬ ਦੇ ਵਿੱਚ ਲਾਗੂ ਹੁੰਦਾ ਉਹਦਾ ਨੁਕਸਾਨ ਸਾਨੂੰ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਆ, ਉਹ ਉਹਨਾਂ ਲਈ ਆ। ਜੇ ਚੋਣ ਜਾਬਤੇ ਤੋਂ ਪਹਿਲਾਂ ਮੌਜੂਦਾ ਕਾਂਗਰਸ ਸਰਕਾਰ ਨੇ ਪੇ ਕਮਿਸ਼ਨ ਲਾਗੂ ਕਰ ਵੀ ਦਿੱਤਾ, ਮਾਫ ਕਰਿਓ ਬਸ਼ਰਮ ਹੋ ਕੇ ਬੇਟਾ ਤੁਸੀਂ ਫੇਰ ਪਾ ਦੇਣੀ ਹੈ। ਫਿਰ ਤੁਸੀਂ ਇਹ ਨਹੀਂ ਸੋਚਣਾ 5 ਸਾਲ ਇਹਨਾਂ ਨੇ ਤਸੀਹੇ ਦਿੱਤੇ ਆ, 5 ਸਾਲ ਸੜਕਾਂ ਤੇ ਰੋਲਿਆ ਕਿ ਅਸੀਂ ਸੱਚਮੁੱਚ ਹੀ ਬੇਸ਼ਰਮ ਹੋ ਗਏ ਆ, ਅਸੀਂ ਕਿ ਸਾਰੇ ਆਪਾਂ ਬੇਸ਼ਰਮ ਹੋ ਗਏ ਆ। ਪਰ ਗੱਲ ਕੀ ਹੈ, ਵਿਕਲਪ ਆਪ ਅਸੀਂ ਬਣਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਮਾਤੜ ਗਰੀਬ ਬੁਝਦਿਲ ਡਰਪੋਕ ਤੇ ਜੇ ਸਾਡੇ ਵਿੱਚੋਂ ਕੋਈ ਰਿਟਾਇਰੀ ਕੋਈ ਵਿਚਾਰਾ ਸਮਾਜ ਦੇ ਵਿੱਚੋਂ ਦਬਲਿਆ ਕੁਚਲਿਆ ਤਗੜਾ ਹੋ ਕੇ ਅੱਗੇ ਆਉਂਦਾ ਕਿ ਚਲੋ ਮੈਂ ਨਾ ਸਮਾਜ ਨੂੰ ਬਦਲਦੇ ਆ ਤੇ ਉਹਦੇ ਉੱਤੇ ਸਾਡੇ ਵਰਗੇ ਬੇਸ਼ਰਮ ਲੋਕ ਤੋਹਮਤਾਂ ਲਾ ਦਿੰਨੇ ਆ ਕਿ ਭਾਈ ਇਹ ਰਾਜਨੀਤੀ ਦਾ ਭੁੱਖਾ, ਇਹਨੇ MLA ਬਣਨੇ। ਤੇ ਜੇ ਬਚਣਾ ਤੇ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਇਸ ਸਮਾਜ ਦੇ ਵਿੱਚੋਂ ਇਸ SC BC ਜਰਨਲ ਮੁਲਾਜ਼ਮ ਮਜ਼ਦੂਰ ਆਓ ਅੱਗੇ ਯਾਰ, ਕਿਉਂ ਨਹੀਂ? ਫਿਰ ਤੁਸੀਂ ਕਹਿੰਦੇ ਤੀਸਰੀ ਧਿਰ ਨਹੀਂ ਆਂਦੀ ਤੇ ਤੀਸਰੀ ਧਿਰ ਉੱਤੋਂ ਥੋੜਾ ਡਿੱਗਣੀ ਮੀਂਹ ਵਾਂਗੂ। ਸਰਕਾਰ ਦੇ ਲਾਰੇ ਤੇ ਮੁਲਾਜ਼ਮਾਂ ਦੀਆਂ ਹੜਤਾਲਾਂ, ਫਿਰ ਸਰਕਾਰ ਦੇ ਲਾਰੇ ਤੇ ਫਿਰ ਮੁਲਾਜ਼ਮਾਂ ਦੀਆਂ ਹੜਤਾਲਾਂ। ਬੀਤੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਇਹ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ। ਤੇ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਵਾਰ ਫਿਰ ਸਰਕਾਰ ਨੇ ਲਾਰਾ ਲਾਇਆ ਹੈ, ਇੱਕ ਵਾਰ ਫਿਰ ਮੁਲਾਜ਼ਮਾਂ ਨੇ ਹੜਤਾਲ ਦੇ ਜਾਣ ਦਾ ਐਲਾਨ ਕੀਤਾ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਸੁਖਚੈਨ ਸਿੰਘ ਖਹਿਰਾ ਜੀ, ਗੱਲਬਾਤ ਕਰਾਂਗੇ। ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਨੇ। ਖਹਿਰਾ ਸਾਹਿਬ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਸੁਣਿਆ ਹੀ ਹੋਣਾ ਹੈ ਜੀ, ਸਰਕਾਰਾਂ ਦੇ ਲਾਰੇ ਤੇ ਮੁਲਾਜ਼ਮਾਂ ਦੀਆਂ ਹੜਤਾਲਾਂ। ਇੱਕ ਵਾਰ ਫਿਰ ਤੁਸੀਂ ਐਲਾਨ ਕੀਤਾ ਹੈ ਵੀ ਅਸੀਂ ਹੜਤਾਲ ਤੇ ਜਾਵਾਂਗੇ। ਕਿਉਂ ਜਾਵਾਂਗੇ, ਕਦੋਂ ਜਾਵਾਂਗੇ ਤੇ ਕਦੋਂ ਤੱਕ ਜਾਵਾਂਗੇ, ਇਹ ਜ਼ਰੂਰ ਦੱਸੋ। ਦੇਖੋ ਜੀ, ਜਦੋਂ ਸਰਕਾਰਾਂ ਝੂਠ ਮਾਰਨ ਤੇ ਆ ਜਾਣ ਤੇ ਸਾਡੇ ਕੋਲ ਕੋਈ ਹੋਰ ਹਥਿਆਰ ਨਾ ਜਿਹੜਾ ਬਚੇ ਤਾਂ ਸਾਨੂੰ ਹੜਤਾਲ ਤੇ ਜਾਣਾ ਪੈਂਦਾ। ਲੰਬੇ ਸਮੇਂ ਤੋਂ ਤੁਸੀਂ ਦੇਖ ਰਹੇ ਹੋ, ਸਾਨੂੰ ਕਵਰੇਜ ਦੇ ਰਹੇ ਹੋ ਕਿ ਅਸੀਂ ਆਪਣੇ ਐਜੀਟੇਸ਼ਨ ਕਰ ਰਹੇ ਸੀਗੇ। ਹੁਣ ਸਰਕਾਰ ਦੇ ਮਾਤਰ 6 ਮਹੀਨੇ ਰਹਿ ਗਏ ਤੇ ਸਰਕਾਰ ਦਿੱਲੀ ਵੱਲ ਨੂੰ ਭੱਜੀ ਫਿਰਦੀ ਕੁਰਸੀਆਂ ਬਚਾਉਣ ਦੇ ਲਈ। ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੇ ਆਪਣੇ ਆਵਾਮ ਦੇ ਲਈ ਵੀ ਕੋਈ ਕੰਮ ਕਰਨਾ ਜਿਹਦੇ ਰਿਗਾਰਡਿੰਗ ਉਹਨਾਂ ਨੇ ਵੋਟਾਂ ਲਈਆਂ ਸਾਡੇ ਕੋਲੋਂ। ਹੁਣ ਉਹ ਜਦੋਂ ਵਾਅਦੇ 4.5 ਸਾਲ ਪੂਰੇ ਨਹੀਂ ਕੀਤੇ ਤੇ ਮੁਲਾਜ਼ਮਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਧੜਕਣਾਂ ਵੱਧ ਗਈਆਂ ਕਿ ਜਿਹੜੀਆਂ ਸਾਡੀਆਂ ਮੰਗਾਂ ਸੀਗੀਆਂ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਵੋਟਾਂ ਦਿੱਤੀਆਂ ਸੀ ਉਹ ਤੇ ਮਿਲਿਆ ਨਹੀਂ। ਤਰੀਕਾ ਪੈ ਰਹੀਆਂ, ਕੀਤਾ ਤੇ ਕੀਤਾ ਕੀ ਜਾਵੇ। ਤੇ ਉਹ ਦੋਸ਼ ਆਪਣੀ ਲੀਡਰਸ਼ਿਪ ਦੇ ਸਿਰ ਮੜ ਦਿੰਦੇ ਨੇ ਕਿ ਲੀਡਰਸ਼ਿਪ ਕਰਦੀ ਕੁਛ ਨਹੀਂ, ਅਸੀਂ ਤਿਆਰ ਆ। ਤੇ ਮਜਬੂਰੀ ਵਸ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਸਖਤ ਐਕਸ਼ਨ ਦੇਣਾ ਪੈਂਦਾ ਆਪਣੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ। ਸੋ ਹੁਣ ਫਿਰ ਜਦੋਂ ਤੁਹਾਨੂੰ ਦੱਸਿਆ ਪਤਾ ਕਿ ਪੇ ਕਮਿਸ਼ਨ ਦੀ ਉਹਨਾਂ ਨੇ ਕਿਹਾ ਗਿਆ ਸੀਗਾ ਕਿ ਪਹਿਲੇ ਹੀ ਅਸੀਂ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਹੁਣ ਉਹ ਮੁੱਖ ਮੰਤਰੀ ਨਹੀਂ ਸੀ ਹੁੰਦੇ, ਕਾਂਗਰਸ ਦੇ ਪ੍ਰਧਾਨ ਸੀਗੇ, ਰੈਲੀਆਂ 'ਚ ਕਿਹਾ ਕਿ ਪਹਿਲੀ ਕੈਬਨਿਟ ਦੇ ਵਿੱਚ ਹੀ ਅਪਰੂਵ ਕਰ ਦਿੱਤਾ ਜਾਏਗਾ ਤੇ ਹੋਰ ਮੰਗਾਂ ਵੀ ਪੁਰਾਣੀ ਪੈਨਸ਼ਨ ਸਕੀਮ ਕੱਚਿਆਂ ਨੂੰ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਏਗਾ। ਹੁਣ ਜਦੋਂ ਪੂਰਾ ਨਹੀਂ ਹੋਇਆ ਤੇ ਟਾਈਮ ਘੱਟ ਰਹਿ ਗਿਆ ਤੇ ਆ ਕੇ ਹੁਣ ਆਸ ਵੱਜੀ ਸੀਗੀ ਕਿ ਜਿਹੜੀ ਆ ਇਸ ਮਹੀਨੇ ਜਿਹੜਾ ਉਹ ਪੇ ਕਮਿਸ਼ਨ ਮਿਲ ਜਾਏਗਾ। ਲੇਕਿਨ ਹੋਇਆ ਕਿ ਅਖਬਾਰਾਂ ਦੇ ਵਿੱਚ ਸੁਰਖੀਆਂ ਦਿੱਤੀਆਂ ਗਈਆਂ ਕਿ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਿੱਤਾ ਜਾਏਗਾ, 15 ਤੋਂ 20% ਤਨਖਾਹ ਵਧੇਗੀ ਔਰ ਅਸੀਂ ਕਰੋੜਾਂ ਰੁਪਈਆ ਜਿਹੜਾ ਉਹ ਮੁਲਾਜ਼ਮਾਂ ਦੇ ਵਿੱਚ ਵੰਡਾਂਗੇ ਜਿਵੇਂ ਸਾਨੂੰ ਖੈਰਾਤ ਦੇਣੀ ਹੋਵੇ। ਪਰ ਅਸੀਂ ਖੁਸ਼ ਹੋ ਗਏ ਵੀ ਚਲੋ ਆ ਤੇ ਲੈਣ ਦੋ, ਦੇਖਦੇ ਹਾਂ। ਪਰ ਉਹ ਰਿਪੋਰਟ ਆਈ ਫਿਰ ਨਹੀਂ। ਉਸ ਤੋਂ ਬਾਅਦ 2 ਮਹੀਨੇ ਐਕਸਟੈਂਡ ਕਰ ਦਿੱਤੀ ਜਿਸ ਕਰਕੇ ਮੁਲਾਜ਼ਮਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ 23, 24, 25, 26, 27 5 ਦਿਨ ਦੀ ਹੜਤਾਲ ਦਾ ਐਲਾਨ ਕਰਨਾ ਪਿਆ ਤੇ 22 ਨੂੰ ਜਿਹੜੇ ਆ ਵਾਕਆਊਟ ਕਰਨਗੇ। ਸੋ ਇਹ ਮਜਬੂਰੀ ਸੀ ਸਾਡੀ। ਖਹਿਰਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਹੈ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਬਹੁਤ ਹੁੰਦੀ ਹੈ? ਸਵਾਲ ਇਹ ਵੀ ਉੱਠਦੇ ਨੇ ਕਿ ਪਹਿਲਾਂ ਹੀ ਤੁਸੀਂ ਸਰਕਾਰੀ ਮੁਲਾਜ਼ਮ ਹੈਗੇ ਹੋ, ਚੰਗੀਆਂ ਤਨਖਾਹਾਂ ਨੇ, ਫਿਰ ਤੁਸੀਂ ਮਰੂ ਕਰੀ ਜਾਂਦੇ ਹੋ ਸਾਨੂੰ ਇਹ ਨਹੀਂ ਮਿਲਿਆ, ਸਾਨੂੰ ਉਹ ਨਹੀਂ ਮਿਲਿਆ। ਇਹ ਲੋਕਾਂ ਦੇ ਵਿੱਚ ਆਮ ਤੌਰ ਤੇ ਚਰਚਾ ਬਣੀ ਹੋਈ ਹੈ। ਦੇਖੋ ਇਹਦੇ ਵਿੱਚ ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ
ਕਿ ਜੋ ਸ਼ਖਸੀਅਤਾਂ ਇਹ ਕਮੈਂਟ ਕਰਦੀਆਂ ਨੇ ਉਹਨਾਂ ਨੂੰ ਰਾਜਨੀਤਿਕ ਔਰ ਸਮਾਜਿਕ ਜਿਹੜੀ ਉਹ ਸਮਝ ਥੋੜੀ ਜੀ ਨਹੀਂ ਹੁੰਦੀ, ਜਾਂ ਕਹਿ ਲਓ ਕਿ ਉਹ ਸਮਝਣਾ ਨਹੀਂ ਚਾਹੁੰਦੇ। ਕੋਈ ਵੀ ਵਰਗ ਆ, ਚਾਹੇ ਅਮੀਰ ਆ, ਚਾਹੇ ਗਰੀਬ ਆ, ਚਾਹੇ ਤਕੜਾ, ਚਾਹੇ ਮਾੜਾ, ਉਹ ਆਪਣੇ ਹੱਕਾਂ ਲਈ ਲੜਦਾ, ਤੇ ਜਿਹੜਾ ਆਪਣੇ ਹੱਕਾਂ ਲਈ ਨਹੀਂ ਲੜਦਾ ਉਹ ਮਾਨਸਿਕ ਤੌਰ ਤੇ ਔਰ ਸਰੀਰਕ ਤੌਰ ਤੇ ਗੁਲਾਮ ਬਣਾ ਲਿਆ ਜਾਂਦਾ। ਉਹ ਫਿਰ ਜਿਹੜੇ ਆ ਢਹਿੰਦੀ ਕਲਾ ਦੇ ਵਿੱਚ ਜਾਂਦੇ ਆ। ਸੋ ਹਰ ਵਰਗ ਨੂੰ ਇਹ ਜਿਹੜੀ ਆ ਸਾਡੇ ਸੰਵਿਧਾਨ ਨੇ ਜਿਹੜੀ ਆ ਉਹ ਉਹਨਾਂ ਨੂੰ ਹੱਕ ਦਿੱਤਾ ਕਿ ਤੁਸੀਂ ਆਪਣੇ ਹੱਕਾਂ ਲਈ ਜੋ ਆ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਆਪਣੀ ਲੜਾਈ ਲੜੋ, ਸੰਘਰਸ਼ ਕਰੋ। ਤੇ ਇਹਦੇ ਨਾਲ ਇਹ ਵੀ ਦੱਸਦਾ ਜੋ ਸਾਡੀ ਲੜਾਈ ਆ ਉਹ ਕੱਲੀ ਪੇ ਕਮਿਸ਼ਨ ਦੀ ਨਹੀਂ ਹੈਗੀ। ਉਹ ਲੋਕਾਂ ਲਈ ਜਿਹੜੇ ਕਮੈਂਟ ਕਰਦੇ ਉਹ ਸੁਣ ਲੈਣ ਕਿ ਜੇਕਰ ਪੰਜਾਬ ਦਾ ਸੈਂਟਰ ਦਾ 7th ਪੇ ਕਮਿਸ਼ਨ ਪੰਜਾਬ ਦੇ ਵਿੱਚ ਲਾਗੂ ਹੁੰਦਾ, ਉਹਦਾ ਨੁਕਸਾਨ ਸਾਨੂੰ ਨਹੀਂ, ਆਉਣ ਵਾਲੀ ਪੀੜ੍ਹੀ ਨੂੰ ਆ। ਉਹ ਉਹਨਾਂ ਲਈ ਆ ਜਿਹੜੇ ਸਮਾਜ ਦੇ ਵਿੱਚੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਪੰਜਾਬ ਗੌਰਮੈਂਟ ਦੇ ਵਿੱਚ ਆਉਣਗੇ, ਉਹਨਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਜਾਣਗੀਆਂ। ਲੜਾਈ ਸਾਡੀ ਕਿ ਸਮਾਜ ਦੀ? ਅਸੀਂ ਕਿਹਨਾਂ ਲਈ ਹੜਤਾਲ ਕਰਨ ਜਾ ਰਹੇ? ਆਉਣ ਵਾਲੀ ਪੀੜ੍ਹੀ ਲਈ। ਜੇ ਰੀਸਟਰਕਚਰਿੰਗ ਕਰਕੇ ਜੋ ਸਰਕਾਰ ਨੇ ਕਰਤੀ, ਪੋਸਟਾਂ ਖਤਮ ਕਰਤੀਆਂ, ਤੇ ਰੁਜ਼ਗਾਰ ਕਿੱਥੋਂ ਮਿਲੇਗਾ? ਰੁਜ਼ਗਾਰ ਦਾ ਮਤਲਬ ਸਰਕਾਰੀ ਨੌਕਰੀ ਪੰਜਾਬੀਆਂ ਦੇ ਲਈ, ਪ੍ਰਾਈਵੇਟ ਤੇ ਹੈ ਹੀ ਨਹੀਂ ਗੀ। ਉਹ ਤੇ ਸਿਰਫ ਕਾਰਪੋਰੇਟ ਘਰਾਣੇ ਸਾਨੂੰ ਲੁੱਟਣ ਆਉਂਦੇ, ਉੱਤੇ 2-4 ਬੰਦੇ ਰੱਖਦੇ, ਜਿਵੇਂ ਸਿੱਲੋ ਬਣਿਆ ਹੋਇਆ ਮੋਗੇ ਦੇ ਵਿੱਚ ਇਹੋ ਜਿਹੇ ਪਲਾਂਟ ਨੇ, ਉੱਥੇ ਸਾਡਾ ਰੁਜ਼ਗਾਰ ਹੈ ਨਹੀਂ। ਸੋ ਜਦੋਂ ਰੁਜ਼ਗਾਰ ਹੀ ਸਰਕਾਰੀ ਨੌਕਰੀ ਆ ਤੇ ਪੋਸਟਾਂ ਖਤਮ ਕਰਤੀਆਂ ਤੇ ਰੁਜ਼ਗਾਰ ਮਿਲਣਾ ਨਹੀਂ, ਤੇ ਅਸੀਂ ਰੌਲਾ ਪਾ ਰਹੇ, ਕਿਹਦੇ ਲਈ ਪਾ ਰਹੇ ਆ? ਇਹ ਉਹ ਲੋਕਾਂ ਲਈ ਪਾ ਰਹੇ ਆ ਜਿਹੜੇ ਸਾਡੇ ਉੱਤੇ ਦੋਸ਼ ਲਾਉਂਦੇ ਹੈਗੇ ਨੇ। ਸੋ ਪੁਰਾਣੀ ਪੈਨਸ਼ਨ ਸਕੀਮ ਅਸੀਂ ਮੰਗ ਰਹੇ, ਸਾਡੇ ਸਾਥੀਆਂ ਨੂੰ ਨਵੀਂ ਪੈਨਸ਼ਨ ਸਕੀਮ ਦੇ ਰਹੇ। ਪੈਨਸ਼ਨ ਸਕੀਮ ਦੇ ਉੱਤੇ ਹਾਸੋਹੀਣੀ ਗੱਲ ਇਹ ਆ, ਰਿਟਾਇਰਮੈਂਟ ਤੋਂ ਬਾਅਦ 1500 ਰੁਪਈਆ, 2000 ਰੁਪਈਆ, 700-800 ਰੁਪਈਆ ਪੈਨਸ਼ਨ ਲੱਗਦੀ ਹੈ। ਉਹ ਕਾਹਦੀ ਪੈਨਸ਼ਨ ਰਹਿ ਗਈ? ਇਹ ਤਾਂ ਤੁਸੀਂ ਵੈਸੇ ਹੀ ਬੁਢਾਪਾ ਪੈਨਸ਼ਨ ਚਾਹੇ ਉਹ ਮਿਲੇ ਨਾ ਮਿਲੇ ਅਨਾਊਂਸਮੈਂਟ ਕੀਤੀ ਹੋਈ ਹੈ ਸਰਕਾਰ ਨੇ। ਤੇ ਜੇ ਨਵੇਂ ਬੱਚੇ ਆਉਣਗੇ, ਸਮਾਜ ਦੇ ਵਿੱਚੋਂ ਆਉਣਗੇ, ਉਹਨਾਂ ਨੂੰ ਪੈਨਸ਼ਨ 500-700 ਮਿਲੂ, ਤੇ ਜੇ ਅਸੀਂ ਉਹਨਾਂ ਲਈ ਲੜ ਰਹੇ ਹਾਂ ਤੇ ਮੈਨੂੰ ਦੱਸੋ ਸਮਾਜਿਕ ਲੜਾਈ ਹੈ ਕਿ ਸਾਡੀ ਲੜਾਈ ਹੈ? ਸਾਡੀ ਤੇ ਇੱਕ ਪੇ ਕਮਿਸ਼ਨ ਬਚਿਆ, ਬਾਕੀ ਲੜਾਈ ਇਸ ਸਮੇਂ ਮੁਲਾਜ਼ਮਾਂ ਦੀ ਟੋਟਲੀ ਸਮਾਜਿਕ ਲੜਾਈ ਹੋ ਗਈ ਆ। ਸੋ ਮੈਂ ਬੇਨਤੀ ਕਰੂੰਗਾ ਲੋਕਾਂ ਨੂੰ, ਆਓ ਆਪਾਂ ਇਕੱਠੇ ਹੋਈਏ। ਆਪਾਂ ਨੂੰ ਸਰਕਾਰਾਂ ਨੇ ਵੰਡਤਾ ਮੁਲਾਜ਼ਮਾਂ 'ਚ, ਮਜ਼ਦੂਰਾਂ 'ਚ, ਕਿਸਾਨਾਂ 'ਚ, ਛੋਟੇ ਵਪਾਰੀਆਂ 'ਚ, SC 'ਚ, BC 'ਚ, ਜਰਨਲ 'ਚ, ਤੇ ਅਸੀਂ ਅਲੱਗ-ਅਲੱਗ ਹੋ ਕੇ ਅਸੀਂ ਇਹ ਸੋਚਦੇ ਹਾਂ ਸਾਡੀ ਖਾਤਰ ਕਰ ਰਹੇ, ਅਸੀਂ ਉਹਨਾਂ ਨੂੰ ਵੋਟਾਂ ਪਾਉਣੇ ਆ। ਸੋ ਬਚੋ ਇਹੋ ਜਿਹੀਆਂ ਚੀਜ਼ਾਂ ਤੋਂ, ਆਪਾਂ ਇਕੱਠੇ ਹੋਈਏ। ਲੜਾਈ ਸਮਾਜਿਕ ਆ, ਨਾ ਕਿ ਮੁਲਾਜ਼ਮਾਂ ਦੀ। ਤੁਸੀਂ ਕਿਹਾ ਹੈ ਅਸੀਂ ਉਹਨਾਂ ਨੂੰ ਵੋਟਾਂ ਪਾਉਂਦੇ ਆ। ਮੈਂ ਤੁਹਾਡੀ ਇਸ ਗੱਲ ਤੇ ਹੀ ਆਵਾਂਗਾ, ਜੇ ਚੋਣ ਜ਼ਾਬਤੇ ਤੋਂ ਪਹਿਲਾਂ ਮੌਜੂਦਾ ਕਾਂਗਰਸ ਸਰਕਾਰ ਨੇ ਪੇ ਕਮਿਸ਼ਨ ਲਾਗੂ ਕਰ ਵੀ ਦਿੱਤਾ, ਮਾਫ ਕਰਿਓ ਬਸ਼ਰਮ ਹੋ ਕੇ ਬੇਟਾ ਤੁਸੀਂ ਫਿਰ ਪਾ ਦੇਣੀ ਹੈ। ਫਿਰ ਤੁਸੀਂ ਇਹ ਨਹੀਂ ਸੋਚਣਾ 5 ਸਾਲ ਇਹਨਾਂ ਨੇ ਤਸੀਹੇ ਦਿੱਤੇ ਹੈ, 5 ਸਾਲ ਸੜਕਾਂ ਤੇ ਰੋਲਿਆ ਹੈ, ਤੁਸੀਂ ਫਿਰ ਕਹਿਣਾ ਨਹੀਂ ਜੀ ਨਹੀਂ ਬਹੁਤ ਵਧੀਆ ਕੀਤਾ ਇਹਨਾਂ ਨੇ, ਤਾਂ ਤੁਸੀਂ ਵੋਟਾਂ ਪਾਓ। ਬਿਲਕੁਲ ਜੀ, ਜੋ ਤੁਸੀਂ ਸਵਾਲ ਪੁੱਛਿਆ ਮੈਂ ਉਹਦੀ ਤਾਰੀਫ ਕਰਾਂ ਜਿੰਨੀ ਉਨੀ ਘੱਟ ਆ ਕਿ ਅਸੀਂ ਸੱਚਮੁੱਚ ਹੀ ਬੇਸ਼ਰਮ ਹੋ ਗਏ ਹਾਂ। ਅਸੀਂ ਕਿ ਸਾਰੇ ਆਪਾਂ ਬੇਸ਼ਰਮ ਹੋ ਗਏ ਹਾਂ। 4.5 ਸਾਲ ਅਸੀਂ ਲੜਦੇ ਰਹੇ, ਪੌਣੇ 5 ਸਾਲ ਜਾਂ ਕੋਡ ਆਫ ਕੰਡਕਟ ਤੋਂ 5, 7, 10 ਦਿਨ ਪਹਿਲੇ ਸਾਨੂੰ ਆਪਣੇ ਹੱਕ ਦੇ ਵਿੱਚੋਂ 20, 25, 50% ਮਿਲ ਗਿਆ ਤੇ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਇਹ ਸਰਕਾਰ ਨੇ ਸਾਨੂੰ ਦੇਤਾ। ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਉਹਨੇ ਸਾਨੂੰ 4.5 ਪੌਣੇ 5 ਸਾਲ ਕੁੱਟਿਆ ਵੀ ਆ। ਇਹ ਵੀ ਭੁੱਲ ਜਾਂਦੇ ਆ ਕਿ ਉਸ ਤੋਂ ਪਿਛਲੀ ਸਰਕਾਰ ਨੇ ਵੀ 10 ਸਾਲ ਕੁੱਟਿਆ। ਇਹ ਵੀ ਭੁੱਲ ਜਾਂਦੇ ਆ ਕਿ ਆਹ ਜਿਹੜੀ ਸਰਕਾਰ ਇਹ ਪਹਿਲੇ ਵੀ ਆਈ ਹੋਈ ਆ, ਉਹਨੂੰ ਵੀ ਸਾਨੂੰ ਕੁੱਟਿਆ। ਫਿਰ ਸਾਡੇ ਕੋਲ ਵਿਕਲਪ ਨਹੀਂ ਕੋਈ ਹੈਗਾ। ਪਰ ਗੱਲ ਕੀ ਹੈ, ਵਿਕਲਪ ਆਪ ਅਸੀਂ ਬਣਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਮਾਤੜ, ਗਰੀਬ, ਬੁਝਦਿਲ, ਡਰਪੋਕ, ਤੇ ਜੇ ਸਾਡੇ ਵਿੱਚੋਂ ਕੋਈ ਰਿਟਾਇਰੀ, ਕੋਈ ਵਿਚਾਰਾ ਸਮਾਜ ਦੇ ਵਿੱਚੋਂ ਦਬਲਿਆ ਕੁਚਲਿਆ ਤਕੜਾ ਹੋ ਕੇ ਅੱਗੇ ਆਉਂਦਾ ਕਿ ਚਲੋ ਮੈਂ ਨਾ ਸਮਾਜ ਨੂੰ ਬਦਲਦੇ ਆ, ਤੇ ਉਹਦੇ ਉੱਤੇ ਸਾਡੇ ਵਰਗੇ ਬੇਸ਼ਰਮ ਲੋਕ ਤੋਹਮਤਾਂ ਲਾ ਦਿੰਦੇ ਆ ਕਿ ਭਾਈ ਇਹ ਰਾਜਨੀਤੀ ਦਾ ਭੁੱਖਾ, ਇਹਨੇ MLA ਬਣਨੇ। ਉਹ ਠੀਕ ਹੈ ਯਾਰ, 117 ਬੰਦਿਆਂ ਨੂੰ ਤੁਸੀਂ MLA ਬਣਾ ਦਿਓ ਜਿਹੜੇ ਚੋਰ ਆ, ਅਨਪੜ੍ਹ ਆ, ਸਾਨੂੰ ਲੁੱਟਣਾ ਚਾਹੁੰਦੇ ਆ, ਤੇ ਜੇ ਤੁਹਾਡੇ 'ਚ ਕੋਈ ਆਵੇ ਉੱਤੇ ਸ਼ਰੀਕੇਬਾਜ਼ੀ ਸ਼ੁਰੂ ਕਰ ਲੈਂਦੇ ਆ। ਇਹ ਘਾਣ ਦਾ ਕਾਰਨ ਆ। ਜਿਸ ਦਿਨ ਅਸੀਂ ਇਹ ਜੀਓ ਪੋਲਿਟਿਕਸ ਸਮਝ ਗਏ ਕਿ ਇਹ ਜਿਹੜੇ ਪੁਰਾਣੇ ਜਿਹੜੀ ਪਾਰਟੀਆਂ ਇਹ ਕਾਰਪੋਰੇਟ ਘਰਾਣੇ ਬਣ ਚੁੱਕੇ ਨੇ। ਇਹ ਕੋਈ ਪਹਿਲਾਂ ਜ਼ਿਮੀਂਦਾਰ ਹੁੰਦੇ ਸੀਗੇ, ਤੇ ਦੇਖੋ ਅਕਾਲੀ ਦਲ ਦੇ ਵਿੱਚ ਉਹ ਜ਼ਿਮੀਂਦਾਰੀ ਦੇ ਉੱਤੋਂ ਉੱਠੇ। ਅੱਜ ਉਹਨਾਂ ਦੀ ਟਰਾਂਸਪੋਰਟੇਸ਼ਨ ਕਿੰਨੀ ਜ਼ਿਆਦਾ, ਉਹਨਾਂ ਦੀ ਸਾਰੀ ਟਰਾਂਸਪੋਰਟ ਉਹਨਾਂ ਦੀ, ਹੋਟਲ ਇੰਡਸਟਰੀ ਉਹਨਾਂ ਦੀ, ਮਾਈਨਿੰਗ ਉਹਨਾਂ ਦੀ, ਹੋਰ ਪਤਾ ਨਹੀਂ ਕਿਹੜੇ ਕਿਹੜੇ ਬਿਜ਼ਨਸ ਜੋ ਉਹਨਾਂ ਦੇ ਹੈਗੇ ਆ। ਤੇ ਉਹ ਕੀ ਬਣ ਗਏ ਹੁਣ ਉਹ ਕਾਰਪੋਰੇਟ ਘਰਾਣਿਆਂ 'ਚ ਪਰਿਵਰਤਨ ਹੋ ਗਏ। ਜਿਹੜੇ ਜਗੀਰਦਾਰ ਸੀ, ਜਿਹੜੇ ਰਾਜੇ ਮਹਾਰਾਜੇ ਸੀਗੇ,
ਜਿਹੜੇ ਅੰਗਰੇਜ਼ਾਂ ਦੇ ਟਾਈਮ ਅੰਗਰੇਜ਼ਾਂ ਦੇ ਹੱਕ 'ਚ ਰਾਜੇ ਮਹਾਰਾਜੇ ਬਣ ਕੇ ਉਹਨਾਂ ਦੀ ਫੇਵਰ ਕਰਦੇ ਸੀ, ਤੇ ਜਿਨ੍ਹਾਂ ਨੇ ਪੰਜਾਬ ਦੀ ਸਰਹੱਦ ਜਿਹੜੀ ਆ ਉਹ ਸਤਲੁਜ ਤੱਕ ਸੀਮਤ ਕਰਾਤੀ ਕਿ ਇੱਧਰ ਅਸੀਂ ਤੁਹਾਡੇ ਨਾਲ ਆ, ਉੱਧਰ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਕਰਨ ਦਿਓ, ਤੇ ਉਹੀ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ਕਰਦੇ ਆ। ਉਹੀ ਰਾਜੇ ਮਹਾਰਾਜੇ ਅੱਜ ਫਿਰ ਰਾਜਗੱਦੀ ਤੇ ਬੈਠੇ ਆ। ਕਹਿਣ ਨੂੰ ਉਹ ਲੋਕਤੰਤਰ ਤਰੀਕੇ ਨਾਲ ਵੋਟਾਂ ਲੈ ਕੇ ਸਾਡੀਆਂ ਉੱਥੇ ਆਏ ਆ, ਪਰ ਹੈ ਉਹ ਰਾਜੇ ਆ। ਉਹਨਾਂ ਕੋਲ ਜਿਹੜਾ ਸਰਮਾਇਆ, ਜਿਹੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ, ਉਹ ਪੈਸਾ ਜਿਹੜਾ ਉਹ ਲਾਉਂਦੇ ਨੇ ਐਡਵਰਟਾਈਜ਼ਮੈਂਟ ਦੇ ਵਿੱਚ। ਸਾਡੀ ਜਿਹੜੀ ਮਨੋਬਿਰਤੀ ਚੇਂਜ ਕਰਨ ਦੇ ਲਈ, ਸਾਡੀਆਂ ਮਨੋਭਾਵਨਾ ਨਾਲ ਖਿਲਵਾੜ ਕਰਕੇ, ਕਦੀ ਧਰਮ ਦੇ ਨਾਂ ਤੇ, ਕਦੀ ਜਾਤ ਦੇ ਨਾਂ ਤੇ, ਕਦੀ ਕਿਸੇ ਹੋਰ ਕਿਸੇ ਗੱਲ ਦੇ ਨਾਲ, ਕਦੀ ਝੂਠੀਆਂ ਵਾਅਦੇ ਕਰਕੇ, ਤੇ ਕਦੀ ਸ਼ਗਨ ਸ਼ਰਕੀਮ ਦੇ ਕੇ, ਕਦੀ ਬਿੱਲ ਮਾਫ ਕਰਕੇ, ਕਦੀ ਸਾਡੇ ਕਰਜ਼ੇ ਮਾਫ ਕਰਕੇ, ਸਾਡੀਆਂ ਵੋਟਾਂ ਹਥਿਆ ਕੇ ਫਿਰ ਉੱਥੇ ਜਾ ਕੇ ਬੈਠ ਕੇ ਸਾਡਾ ਉਹੀ ਦਮਨ ਦਾ ਚੱਕਰ ਸ਼ੁਰੂ ਕਰ ਦਿੰਦੇ ਨੇ। ਤੇ ਜੇ ਬਚਣਾ ਤੇ ਸਾਡੇ ਵਿੱਚੋਂ, ਤੁਹਾਡੇ ਵਿੱਚੋਂ, ਇਸ ਸਮਾਜ ਦੇ ਵਿੱਚੋਂ, ਇਸ SC BC ਜਰਨਲ ਮੁਲਾਜ਼ਮ ਮਜ਼ਦੂਰ ਆਓ ਅੱਗੇ ਯਾਰ, ਕਿਉਂ ਨਹੀਂ? ਫਿਰ ਤੁਸੀਂ ਕਹਿੰਦੇ ਤੀਸਰੀ ਧਿਰ ਨਹੀਂ ਆਂਦੀ, ਤੇ ਤੀਸਰੀ ਧਿਰ ਉੱਤੋਂ ਥੋੜਾ ਡਿੱਗਣੀ ਮੀਂਹ ਵਾਂਗੂ, ਉਹ ਸਾਡੇ ਚੋਂ ਹੀ ਬਣਾਵਾਂਗੇ, ਅਸੀਂ ਬਣਾਵਾਂਗੇ। ਬਣਾ ਲਓ, ਜੇ ਨਹੀਂ ਬਣਦੀ ਤਾਂ ਫਿਰ ਆਪਾਂ ਸਾਰੇ ਬੈਠੇ ਜੁੱਤੀਆਂ ਖਾਂਦੇ ਆ ਤੇ ਐਵੇਂ ਆ ਗੱਲਾਂ ਮਾਰਾਂਗੇ। ਇਹਨੂੰ ਆਪਾਂ ਕਹਿ ਦਿੰਦੇ ਫੁਕਰਾਪੰਤੀ। ਆਪਾਂ ਫੁਕਰੇ ਹੀ ਹੋਏ। ਮੈਂ ਆਪਣੇ ਆਪ ਨੂੰ ਵੀ ਕਹਿਣਾ, ਸਾਰਿਆਂ ਨੂੰ ਕਹਿਣਾ, ਜਿਹੜੇ ਡਿਮਾਂਡ ਕਰਦੇ ਆ ਤੀਸਰੀ ਧਿਰ ਦੀ, ਆਪ ਕੁਛ ਨਹੀਂ ਕਰ ਸਕਦੇ, ਮੋਢਾ ਦੂਜੇ ਦਾ ਲੱਭਦੇ, ਲੜਾਈ ਆਪਣੀ ਆਪ ਲੜਨੀ ਪੈਣੀ, ਅੱਗੇ ਆਉਣਾ ਪੈਣਾ। ਲੋੜ ਸਾਨੂੰ ਆ ਇਹ ਕਾਰਪੋਰੇਟ ਘਰਾਣਿਆਂ ਪਾਰਟੀਆਂ ਨੂੰ, ਜਿਹਨੂੰ ਲੋੜ ਆ ਉਹ ਆਪ ਅੱਗੇ ਆ ਜਾਏ, ਜਿਹਨੂੰ ਨਹੀਂ ਲੋੜ ਆ ਉਹ ਫੇਸਬੁੱਕ ਦੇ ਉੱਤੇ ਲਿਖੀ ਜਾਵੇ, ਤੇ ਲਿਖੀ ਜਾਊਗਾ, ਨਾ ਹੋਣਾ ਕੁਛ ਨਹੀਂ। ਬਿਲਕੁਲ, ਬੜੀ ਚੰਗੀ ਗੱਲ ਕਹੀ ਹੈ ਖਹਿਰਾ ਸਾਹਿਬ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਖਹਿਰਾ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਬੜੀ ਚੰਗੀ ਗੱਲ ਕਹੀ ਹੈ। ਕਹਿੰਦੇ ਬਦਲਾਅ ਜੇ ਤੁਸੀਂ ਚਾਹੁੰਦੇ ਹੋ ਤਾਂ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪੈਣੀ ਹੈ। ਅਸੀਂ ਰਿਵਾਇਤੀ ਪਾਰਟੀਆਂ ਵੱਲ ਨਾ ਦੇਖੀਏ, ਉਹਨਾਂ ਦੇ ਲਾਰਿਆਂ ਵਿੱਚ ਹੋਰ ਨਾ ਆਈਏ। ਨਾਲੇ ਵੱਡੀ ਗੱਲ, ਮੈਂ ਮਾਫੀ ਚਾਹਾਂਗਾ ਖਹਿਰਾ ਸਾਹਿਬ ਤੋਂ, ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਬਸ਼ਰਮ ਬਣਗੇ ਫਿਰ ਤੁਸੀਂ ਵੋਟਾਂ ਉਹਨਾਂ ਨੂੰ ਪਾਣੀਆਂ ਜੇ ਲੋਲੀਪੌਪ ਤੁਹਾਨੂੰ ਦੇ ਦਿੱਤਾ। ਪਰ ਬਸ਼ਰਮ ਅਸਲੀ ਕੌਣ ਨੇ? ਸਿਆਸਤਦਾਨ। ਬਸ਼ਰਮ ਕੌਣ ਨੇ? ਉਹ ਸਰਕਾਰਾਂ ਜਾਂ ਸਮੇਂ ਦੀਆਂ ਸਰਕਾਰਾਂ ਜੋ ਬਾਰ-ਬਾਰ ਵਾਅਦੇ ਕਰਦੀਆਂ ਨੇ ਪਰ ਉਹ ਪੂਰੇ ਨਹੀਂ ਕਰਦੀਆਂ, ਤੇ ਜਾਣ ਵੇਲੇ ਅਖੀਰ ਸਮੇਂ ਤੇ ਲੋਲੀਪੌਪ ਦੇ ਕੇ ਲੋਕਾਂ ਨੂੰ ਫਿਰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਪਰ ਸਾਨੂੰ ਯਕੀਨ ਹੈ ਲੋਕਾਂ ਤੇ ਕਿ ਲੋਕ ਹੁਣ ਤਾਂ ਘੱਟੋ ਘੱਟ ਸਿਆਣੇ ਹੋ ਹੀ ਗਏ ਨੇ, ਕਿਉਂਕਿ ਕਿਸਾਨੀ ਅੰਦੋਲਨ ਨੇ ਅੱਖਾਂ ਜ਼ਰੂਰ ਖੋਲੀਆਂ ਨੇ। ਤੇ ਆਪਣੇ ਹੱਕਾਂ ਦੇ ਲਈ ਤੁਸੀਂ ਜ਼ਰੂਰ ਸਵਾਲ ਪੁੱਛੋ ਉਹਨਾਂ ਲੀਡਰਾਂ ਨੂੰ, ਉਹਨਾਂ ਸਿਆਸਤਦਾਨਾਂ ਨੂੰ, ਉਹਨਾਂ ਮੰਤਰੀਆਂ ਨੂੰ, ਉਹਨਾਂ ਹਾਕਮਾਂ ਨੂੰ ਜੋ ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਕਸਬੇ, ਗਲੀ ਮੁਹੱਲੇ, ਚੌਰਾਹੇ ਤੇ ਆਉਣਗੇ ਵੋਟਾਂ ਮੰਗਣ ਦੇ ਲਈ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।